ਇਸ ਲੈਕਚਰ ਵਿੱਚ ਅਸੀਂ ਆਈਸੋਟੋਪ ਦੀ ਪੜਚੋਲ ਕਰਾਂਗੇ। ਪਰ ਇਸ ਤੋਂ ਪਹਿਲਾਂ ਕਿ ਅਸੀਂ ਵਿਸ਼ੇ ਵਿੱਚ ਡੂੰਘਾਈ ਕਰੀਏ, ਆਓ ਦੁਬਾਰਾ ਵਿਚਾਰ ਕਰਨ ਲਈ ਇੱਕ ਪਲ ਕੱਢੀਏ ਅਤੇ ਸਾਡੀ ਆਵਰਤੀ ਸਾਰਣੀ ਤੇ ਧਿਆਨ ਦੇਈਏ। ਮੈਂ ਇੱਕ ਕਾਰਨ ਕਰਕੇ ਚਿੰਨ੍ਹਾਂ ਨੂੰ ਰੰਗ ਕੋਡ ਕੀਤਾ ਹੈ। ਆਵਰਤੀ ਸਾਰਣੀ ਨੂੰ ਲੰਬਕਾਰੀ ਕਾਲਮਾਨ ਵਿੱਚ ਸੰਗਠਿਤ ਕੀਤਾ ਜਾਂਦਾ ਹੈ, ਜਿਸ ਨੂੰ ਸਮੂਹ ਵੀ ਕਿਹਾ ਜਾਂਦਾ ਹੈ, ਅਤੇ ਹਰੀਜ਼ੌਂਟਲ ਕਤਾਰਾਂ, ਜਿਨ੍ਹਾਂ ਨੂੰ ਪੀਰੀਅਡਸ ਕਿਹਾ ਜਾਂਦਾ ਹੈ। ਇਹਨਾਂ ਕਾਲਮਾਨ ਅਤੇ ਕਤਾਰਾਂ ਨੂੰ ਮਿਲਾ ਕੇ ਇੱਕ ਮੈਟ੍ਰਿਕਸ ਬਣਾਉਂਦਾ ਹੈ। ਮੈਂ ਉਹਨਾਂ ਨੂੰ ਤੁਹਾਡੀ ਸਹੂਲਤ ਲਈ ਨੰਬਰ ਦਿੱਤਾ ਹੈ, ਜਿਸ ਨਾਲ ਤੁਹਾਡੇ ਲਈ ਕਿਸੇ ਤੱਤ ਦਾ ਪਤਾ ਲੱਭਣਾ ਆਸਾਨ ਹੋ ਗਿਆ ਹੈ। ਪਰ ਇਸ ਤੋਂ ਮੇਰਾ ਮਤਲਬ ਕੀ ਹੈ? ਚਲੋ ਹਾਈਡਰੋਜਨ ਤੱਤ ਨੰਬਰ 1 ਲੈਂਦੇ ਹਾਂ। ਇਸ ਦਾ ਪਤਾ ਲੱਭਣ ਲਈ ਅਸੀਂ ਨੋਟ ਕਰਦੇ ਹਾਂ ਕਿ ਇਸ ਦਾ ਪੀਰੀਅਡ ਨੰਬਰ 1 ਹੈ ਅਤੇ ਇਸ ਦਾ ਸਮੂਹ ਨੰਬਰ 1 ਹੈ। ਪੀਰੀਅਡ ਨੰਬਰ ਐਟਮ ਵਿੱਚ ਕੁੱਲ ਸ਼ੈੱਲਾਂ ਦੀ ਸੰਖਿਆ ਨੂੰ ਦਰਸਾਉਂਦਾ ਹੈ ਅਤੇ ਸਮੂਹ ਨੰਬਰ ਦਰਸਾਉਂਦਾ ਹੈ ਕਿ ਵੈਲੈਂਸ ਸ਼ੈੱਲ ਵਿੱਚ ਇਲੈਕਟ੍ਰੋਨ। ਹੁਣ ਇਸ ਜਾਣਕਾਰੀ ਨਾਲ ਲੈਸ ਆਓ ਹਾਈਡਰੋਜਨ ਐਟਮ ਦਾ ਨਿਰਮਾਣ ਕਰੀਏ। ਨਿਊਕਲੀਅਸ ਪਹਿਲਾ ਹਿੱਸਾ ਹੈ ਅਤੇ ਇਸ ਨੂੰ ਇੱਥੇ ਦਰਸਾਇਆ ਗਿਆ ਹੈ। ਪੀਰੀਅਡ ਨੰਬਰ 1 ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਜਾਣਦੇ ਹਾਂ ਕਿ ਇੱਥੇ ਸਿਰਫ ਇੱਕ ਸ਼ੈੱਲ ਹੈ। ਇਸ ਲਈ ਮੈਂ ਨਿਊਕਲੀਅਸ ਦੇ ਦੁਆਲੇ ਇੱਕ ਸ਼ੈੱਲ ਖਿੱਚਾਂਗਾ। ਜਿਵੇਂ ਕਿ ਗਰੁੱਪ ਨੰਬਰ 1 ਹੈ, ਵੈਲੈਂਸ ਸ਼ੈੱਲ ਵਿੱਚ ਇੱਕ ਇਲੈਕਟ੍ਰੌਨ ਨੂੰ ਦਰਸਾਉਂਦਾ ਹੈ, ਮੈਂ ਇੱਕ ਇਲੈਕਟ੍ਰੌਨ ਨੂੰ ਆਖਰੀ ਸ਼ੈੱਲ ਵਿੱਚ ਰੱਖਾਂਗਾ। ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਕਿਸੇ ਵੀ ਨਿਰਪੱਖ ਪਰਮਾਣੂ ਵਿੱਚ ਇਲੈਕਟ੍ਰੌਨਾਂ ਦੀ ਸੰਖਿਆ ਪ੍ਰੋਟੋਨ ਦੀ ਸੰਖਿਆ ਦੇ ਬਰਾਬਰ ਹੁੰਦੀ ਹੈ, ਜਿਸ ਨੂੰ ਇਸਦਾ ਪਰਮਾਣੂ ਸੰਖਿਆ ਕਿਹਾ ਜਾਂਦਾ ਹੈ। ਹਾਈਡਰੋਜਨ ਲਈ ਇਸਦਾ ਪਰਮਾਣੂ ਸੰਖਿਆ 1 ਹੈ। ਇਸ ਲਈ ਆਵਰਤੀ ਸਾਰਣੀ ਵਿੱਚ ਹਾਈਡਰੋਜਨ ਦੀ ਸਥਿਤੀ 1 ਹੈ ਕਿਉਂਕਿ ਇਸਦਾ ਪਰਮਾਣੂ ਸੰਖਿਆ 1 ਹੈ। ਹੁਣ ਆਓ ਇਸ ਧਾਰਨਾ ਨੂੰ ਹੋਰ ਸਮਝਣ ਲਈ ਇੱਕ ਹੋਰ ਉਦਾਹਰਣ ਦੀ ਪੜਚੋਲ ਕਰੀਏ। ਆਓ ਐਲੂਮੀਨੀਅਮ ਲੈਂਦੇ ਹਾਂ। ਇਸ ਦਾ ਸਮੂਹ ਨੰਬਰ 3 ਹੈ ਅਤੇ ਇਸ ਦਾ ਪੀਰੀਅਡ ਨੰਬਰ 3 ਹੈ। ਪੀਰੀਅਡ ਨੰਬਰ ਸਾਨੂੰ ਸ਼ੈੱਲਾਂ ਦੀ ਕੁੱਲ ਸੰਖਿਆ ਬਾਰੇ ਸੂਚਿਤ ਕਰਦਾ ਹੈ, ਜੋ ਕਿ ਇਸ ਕੇਸ ਵਿੱਚ 3 ਹੈ। ਗਰੁੱਪ ਨੰਬਰ ਵੈਲੈਂਸ ਸ਼ੈੱਲ ਵਿੱਚ ਇਲੈਕਟ੍ਰੌਨਾਂ ਦੀ ਸੰਖਿਆ ਨੂੰ ਦਰਸਾਉਂਦਾ ਹੈ, ਜੋ ਕਿ 3 ਹੈ। ਇਸ ਜਾਣਕਾਰੀ ਦੇ ਨਾਲ ਆਓ ਪਰਮਾਣੂ ਦਾ ਨਿਰਮਾਣ ਕਰੀਏ। ਆਓ ਇੱਕ ਨਿਊਕਲੀਅਸ ਬਣਾ ਕੇ ਆਰੰਭ ਕਰੀਏ ਅਤੇ ਫਿਰ ਐਲੂਮੀਨੀਅਮ ਲਈ 3 ਸ਼ੈੱਲ ਖਿੱਚੀਏ। ਪਹਿਲੇ ਸ਼ੈੱਲ ਵਿੱਚ ਮੈਂ 2 ਇਲੈਕਟ੍ਰੌਨ ਖਿੱਚਾਂਗਾ ਕਿਉਂਕਿ ਪਹਿਲੇ ਸ਼ੈੱਲ ਵਿੱਚ ਇਲੈਕਟ੍ਰੌਨਾਂ ਦੀ ਵੱਧ ਤੋਂ ਵੱਧ ਸੰਖਿਆ 2 ਹੈ। ਸਿਰਫ 2 ਹੀ ਕਿਉਂ? ਇਹ ਉਹ ਵਿਸ਼ਾ ਹੈ ਜਿਸ ਬਾਰੇ ਅਸੀਂ ਆਪਣੇ ਆਉਣ ਵਾਲੇ ਲੈਕਚਰਾਂ ਵਿੱਚ ਹੋਰ ਵਿਸਥਾਰ ਵਿੱਚ ਖੋਜ ਕਰਾਂਗੇ। ਦੂਜੇ ਸ਼ੈੱਲ ਵੱਲ ਵਧਦੇ ਹੋਏ ਮੈਂ 8 ਇਲੈਕਟ੍ਰੌਨ ਖਿੱਚਾਂਗਾ ਕਿਉਂਕਿ ਇਹ 8 ਇਲੈਕਟ੍ਰੌਨਾਂ ਨਾਲ ਪੂਰਾ ਹੋ ਜਾਂਦਾ ਹੈ। ਅੰਤ ਵਿੱਚ ਤੀਸਰੇ ਅਤੇ ਆਖਰੀ ਸ਼ੈੱਲ ਵਿੱਚ ਮੈਂ 3 ਇਲੈਕਟ੍ਰੌਨ ਖਿੱਚਾਂਗਾ ਅਤੇ ਇਹ ਜਾਣਕਾਰੀ ਗਰੁੱਪ ਨੰਬਰ ਤੋਂ ਪ੍ਰਾਪਤ ਕੀਤੀ ਗਈ ਹੈ, ਜੋ ਕਿ 3 ਹੈ। ਗਰੁੱਪ ਨੰਬਰ ਦਰਸਾਉਂਦਾ ਹੈ ਕਿ ਵੈਲੈਂਸ ਸ਼ੈੱਲ ਆਖਰੀ ਸ਼ੈੱਲ ਵਿੱਚ 3 ਇਲੈਕਟ੍ਰੌਨ ਹਨ। ਹੁਣ ਆਓ ਅਸੀਂ ਆਵਰਤੀ ਸਾਰਣੀ ਵਿੱਚ ਐਲੂਮੀਨੀਅਮ ਦੀ ਸਥਿਤੀ ਦੀ ਗਣਨਾ ਕਰੀਏ। ਹਰੇਕ ਸ਼ੈੱਲ ਵਿੱਚ ਇਲੈਕਟ੍ਰੌਨ ਜੋੜਨਾ 2, ਪਹਿਲਾ ਸ਼ੈੱਲ। ਜੋੜ ਦਾ ਨਿਸ਼ਾਨ 8, ਦੂਜਾ ਸ਼ੈੱਲ ਬਰਾਬਰ 10 ਅਤੇ ਫਿਰ ਤੀਜੇ ਸ਼ੈੱਲ ਵਿੱਚ 3 ਇਲੈਕਟ੍ਰੌਨ ਜੋੜਨ ਨਾਲ ਸਾਨੂੰ 10 ਜੋੜ ਦਾ ਨਿਸ਼ਾਨ 3 ਬਰਾਬਰ 13 ਮਿਲਦਾ ਹੈ। ਇਸ ਲਈ ਇਸਦਾ ਪਰਮਾਣੂ ਸੰਖਿਆ 13 ਹੈ ਅਤੇ ਇਸ ਲਈ ਆਵਰਤੀ ਸਾਰਣੀ ਵਿੱਚ ਇਸ ਦੀ ਸਥਿਤੀ 13 ਹੈ। ਇਲੈਕਟ੍ਰੌਨਾਂ, ਪ੍ਰੋਟੋਨਾਂ ਅਤੇ ਪਰਮਾਣੂ ਸੰਖਿਆ ਦੀਆਂ ਧਾਰਨਾਵਾਂ ਨੂੰ ਸਮਝ ਕੇ ਅਸੀਂ ਆਈਸੋਟੋਪਾਂ ਦੇ ਅਧਿਐਨ ਵਿੱਚ ਖੋਜ ਕਰਨ ਲਈ ਇੱਕ ਠੋਸ ਨੀਂਹ ਰੱਖੀ ਹੈ। ਹੁਣ ਆਓ ਬੁਨਿਆਦੀ ਕਣਾਂ ਵਿੱਚੋਂ ਇੱਕ ਨਿਊਟਰੋਨ ਦੀ ਚਰਚਾ ਕਰੀਏ। ਮੈਂ ਕੁਝ ਪਰਮਾਣੂ ਲਵਾਂਗਾ, ਉਹਨਾਂ ਨੂੰ ਇੱਕ ਕਰਕੇ ਲਿਆਵਾਂਗਾ ਅਤੇ ਫਿਰ ਹਰ ਇੱਕ ਵਿੱਚ ਸ਼ਾਮਲ ਇਲੈਕਟ੍ਰੌਨਾਂ, ਪ੍ਰੋਟੋਨਾਂ ਅਤੇ ਨਿਊਟਰੋਨ ਦੀ ਸੰਖਿਆ ਬਾਰੇ ਪੁੱਛਾਂਗਾ। ਆਓ ਇੱਕ ਪਰਮਾਣੂ ਨਾਲ ਸ਼ੁਰੂ ਕਰੀਏ ਜੋ ਮੈਂ ਇੱਥੇ ਲਿਆਇਆ ਹੈ। ਇਹ ਸਾਨੂੰ ਸੂਚਿਤ ਕਰਦਾ ਹੈ ਕਿ ਇਸ ਵਿੱਚ 1 ਇਲੈਕਟ੍ਰੌਨ, 1 ਪ੍ਰੋਟੋਨ ਅਤੇ 0 ਨਿਊਟਰੋਨ ਹਨ। ਹੁਣ ਮੈਂ ਤੁਹਾਨੂੰ ਇੱਕ ਸਵਾਲ ਪੁੱਛਾਂਗਾ, ਇਸ ਦਾ ਪਰਮਾਣੂ ਨੰਬਰ ਕੀ ਹੈ? ਇਹ ਮੰਨਦੇ ਹੋਏ ਕਿ ਇਸ ਦਾ ਸਿਰਫ 1 ਪ੍ਰੋਟੋਨ ਹੈ, ਇਸ ਦਾ ਪਰਮਾਣੂ ਸੰਖਿਆ 1 ਹੈ। ਸਿੱਟੇ ਵਜੋਂ ਆਵਰਤੀ ਸਾਰਣੀ ਵਿੱਚ ਇਸ ਦੀ ਸਥਿਤੀ ਵੀ 1 ਹੈ। ਉਸ ਸਥਿਤੀ ਵਿੱਚ ਅਸੀਂ ਹਾਈਡਰੋਜਨ ਲੱਭਦੇ ਹਾਂ। ਇਸ ਲਈ ਇਹ ਪਰਮਾਣੂ ਹਾਈਡਰੋਜਨ ਹੈ। ਹੁਣ ਚਲੋ ਇੱਕ ਹੋਰ ਐਟਮ ਲਿਆਉਂਦੇ ਹਾਂ ਅਤੇ ਉਹੀ ਸਵਾਲ ਖੜੇ ਕਰਦੇ ਹਾਂ। ਇਹ ਸਾਨੂੰ ਸੂਚਿਤ ਕਰਦਾ ਹੈ ਕਿ ਇਸ ਵਿੱਚ 2 ਇਲੈਕਟ੍ਰੌਨ, 2 ਪ੍ਰੋਟੋਨ ਅਤੇ 2 ਨਿਊਟਰੋਨ ਹਨ। ਇਸ ਦਾ ਪਰਮਾਣੂ ਨੰਬਰ ਕੀ ਹੈ? ਇਹ 2 ਹੈ। ਆਵਰਤੀ ਸਾਰਣੀ ਦਾ ਹਵਾਲਾ ਦਿੰਦੇ ਹੋਏ 2 ਹੀਲੀਅਮ ਨਾਲ ਮੇਲ ਖਾਂਦਾ ਹੈ। ਇਸ ਲਈ ਇਹ ਪਰਮਾਣੂ ਹੀਲੀਅਮ ਹੈ। ਪ੍ਰੋਟੋਨ, ਨਿਊਟਰੋਨ ਅਤੇ ਪਰਮਾਣੂ ਸੰਖਿਆ ਦੇ ਵਿਚਕਾਰ ਸੰਬੰਧ ਨੂੰ ਸਰਲ ਬਣਾਉਣਾ, ਅਸੀਂ ਜਾਣਦੇ ਹਾਂ ਕਿ ਪ੍ਰੋਟੋਨ ਪਰਮਾਣੂ ਸੰਖਿਆ n ਦੇ ਬਰਾਬਰ ਹਨ। ਹੁਣ ਨਿਊਟਰੋਨ ਦੀ ਗਿਣਤੀ ਬਾਰੇ ਕੀ? ਜੇਕਰ ਅਸੀਂ ਪ੍ਰੋਟੋਨ ਅਤੇ ਨਿਊਟਰੋਨ ਜੋੜਦੇ ਹਾਂ ਤਾਂ ਅਸੀਂ ਪੁੰਜ ਸੰਖਿਆ ਪ੍ਰਾਪਤ ਕਰਦੇ ਹਾਂ। ਹਾਈਡਰੋਜਨ ਵਿੱਚ ਇਹ 1 ਜੋੜ ਦਾ ਨਿਸ਼ਾਨ 0 ਬਰਾਬਰ 1 ਹੈ, ਜੋ ਸਾਨੂੰ 1 ਦਾ ਪੁੰਜ ਸੰਖਿਆ ਦਿੰਦਾ ਹੈ। ਇਸੇ ਤਰ੍ਹਾਂ ਹੀਲੀਅਮ ਵਿੱਚ ਇਹ 2 ਜੋੜ ਦਾ ਨਿਸ਼ਾਨ 2 ਬਰਾਬਰ 4 ਹੈ, ਨਤੀਜੇ ਵਜੋਂ 4 ਦਾ ਪੁੰਜ ਸੰਖਿਆ ਹੈ।
ਹੁਣ ਆਓ ਆਈਸੋਟੋਪ ਦੇ ਵਿਸ਼ੇ ਵਿੱਚ ਜਾਣੀਏ। ਮੇਰੇ ਕੋਲ ਇੱਥੇ ਕਈ ਹਾਈਡਰੋਜਨ ਐਟਮ ਹਨ। ਇਹ ਦੇਖਦੇ ਹੋਏ ਕਿ ਆਵਰਤੀ ਸਾਰਣੀ ਵਿੱਚ ਹਾਈਡਰੋਜਨ ਦੀ ਸਥਿਤੀ 1 ਹੈ ਅਤੇ ਇਸ ਦਾ ਪਰਮਾਣੂ ਸੰਖਿਆ ਵੀ 1 ਹੈ, ਮੈਂ ਉਹਨਾਂ ਨੂੰ ਇੱਕ-ਇੱਕ ਕਰਕੇ ਚੁਕਾਂਗਾ ਅਤੇ ਉਹਨਾਂ ਦੇ ਪ੍ਰੋਟੋਨ ਅਤੇ ਨਿਊਟਰੋਨ ਦੀ ਗਿਣਤੀ ਕਰਾਂਗਾ। ਹੁਣ ਇੱਕ ਹੋਰ ਹਾਈਡਰੋਜਨ ਐਟਮ ਨੂੰ ਚਰਚਾ ਵਿੱਚ ਲਿਆਓ ਅਤੇ ਇਸ ਵਿੱਚ ਇੱਕ ਪ੍ਰੋਟੋਨ ਅਤੇ 2 ਨਿਊਟਰੋਨ ਹਨ। ਹਾਲਾਂਕਿ ਇਹ ਸਾਰੇ ਪਰਮਾਣੂ ਹਾਈਡਰੋਜਨ ਹਨ, ਪਰ ਇਹਨਾਂ ਦੇ ਪੁੰਜ ਸੰਖਿਆ ਵੱਖ-ਵੱਖ ਹਨ। ਜਦੋਂ ਅਸੀਂ ਪ੍ਰੋਟੋਨ ਅਤੇ ਨਿਊਟਰੋਨ ਜੋੜਦੇ ਹਾਂ ਤਾਂ ਸਾਨੂੰ ਪੁੰਜ ਸੰਖਿਆਵਾਂ ਮਿਲਦੀਆਂ ਹਨ। ਇੱਕ ਜੋੜ ਦਾ ਨਿਸ਼ਾਨ 0 ਬਰਾਬਰ 1, ਇੱਕ ਜੋੜ ਦਾ ਨਿਸ਼ਾਨ 1 ਬਰਾਬਰ 2 ਅਤੇ ਇੱਕ ਜੋੜ ਦਾ ਨਿਸ਼ਾਨ 2 ਬਰਾਬਰ 3। ਜਦੋਂ ਕਿ ਪਰਮਾਣੂ ਸੰਖਿਆ ਉਹੀ ਰਹਿੰਦੀ ਹੈ ਕਿਉਂਕਿ ਅਸੀਂ ਹਾਈਡਰੋਜਨ ਨਾਲ ਕੰਮ ਕਰ ਰਹੇ ਹਾਂ। ਵੱਖਰੇ ਪੁੰਜ ਸੰਖਿਆ ਵਾਲੇ ਇਹ ਪਰਮਾਣੂ ਵੱਖ-ਵੱਖ ਕਿਸਮਾਂ ਦੇ ਹਾਈਡਰੋਜਨ ਮੰਨੇ ਜਾਂਦੇ ਹਨ। ਅਸੀਂ ਉਹਨਾਂ ਨੂੰ ਵੱਖਰੇ ਨਾਮ ਦੇਵਾਂਗੇ। 1 ਦੀ ਪੁੰਜ ਸੰਖਿਆ ਵਾਲੇ ਹਾਈਡਰੋਜਨ ਪਰਮਾਣੂ ਨੂੰ ਪ੍ਰੋਟੀਅਮ ਕਿਹਾ ਜਾਂਦਾ ਹੈ, 2 ਦੀ ਪੁੰਜ ਸੰਖਿਆ ਵਾਲਾ ਡਿਊਟੇਰੀਅਮ ਹੁੰਦਾ ਹੈ ਅਤੇ 3 ਦੀ ਪੁੰਜ ਸੰਖਿਆ ਵਾਲਾ ਟ੍ਰਿਟੀਅਮ ਹੁੰਦਾ ਹੈ। ਹੁਣ ਇਹ ਕੀ ਹਨ? ਇਹ ਹਾਈਡਰੋਜਨ ਦੇ ਆਈਸੋਟੋਪ ਹਨ। ਇੱਕੋ ਪਰਮਾਣੂ ਨੰਬਰ ਹੋਣ ਦੇ ਬਾਵਜੂਦ ਇਹਨਾਂ ਦੇ ਰਸਾਇਣਕ ਗੁਣ ਇੱਕੋ ਜਿਹੇ ਹਨ। ਇਹ ਇਸ ਲਈ ਹੈ ਕਿਉਂਕਿ ਰਸਾਇਣਕ ਵਿਸ਼ੇਸ਼ਤਾਵਾਂ ਵੈਲੈਂਸ ਸ਼ੈੱਲ ਵਿੱਚ ਇਲੈਕਟ੍ਰੋਨਾਂ ਤੇ ਨਿਰਭਰ ਕਰਦੀਆਂ ਹਨ ਅਤੇ ਕਿਉਂਕਿ ਆਈਸੋਟੋਪ ਇੱਕੋ ਪਰਮਾਣੂ ਸੰਖਿਆ ਨੂੰ ਸਾਂਝਾ ਕਰਦੇ ਹਨ, ਉਨ੍ਹਾਂ ਦੀਆਂ ਇਲੈਕਟ੍ਰੌਨ ਸੰਰਚਨਾਵਾਂ ਇੱਕੋ ਜਿਹੀਆਂ ਹੁੰਦੀਆਂ ਹਨ। ਹਾਲਾਂਕਿ ਆਈਸੋਟੋਪਾਂ ਵਿੱਚ ਵੱਖ-ਵੱਖ ਪੁੰਜ ਸੰਖਿਆਵਾਂ ਹੁੰਦੀਆਂ ਹਨ ਜੋ ਵੱਖਰੀਆਂ ਭੌਤਿਕ ਵਿਸ਼ੇਸ਼ਤਾਵਾਂ ਵੱਲ ਅਗਵਾਈ ਕਰਦੀਆਂ ਹਨ। ਪੁੰਜ ਸੰਖਿਆਵਾਂ ਵਿੱਚ ਇਹ ਭਿੰਨਤਾ ਉਹਨਾਂ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਵਿੱਚ ਅੰਤਰ ਲਈ ਜ਼ਿੰਮੇਵਾਰ ਹੈ। ਉਦਾਹਰਨ ਲਈ, ਜੇਕਰ ਅਸੀਂ ਪ੍ਰੋਟੀਅਮ ਦੀ ਤੁਲਨਾ ਡਿਊਟੇਰੀਅਮ ਨਾਲ ਕਰਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਡਿਊਟੇਰੀਅਮ ਪ੍ਰੋਟੀਅਮ ਦਾ ਆਕਾਰ ਦੁੱਗਣਾ ਹੈ। ਆਕਾਰ ਵਿੱਚ ਇਹ ਅਸਮਾਨਤਾ ਇਸ ਤੱਥ ਦਾ ਪ੍ਰਗਟਾਵਾ ਹੈ ਕਿ ਆਈਸੋਟੋਪ ਆਪਣੇ ਵੱਖ-ਵੱਖ ਪੁੰਜ ਸੰਖਿਆਵਾਂ ਦੇ ਨਾਲ ਵੱਖਰੀਆਂ ਭੌਤਿਕ ਵਿਸ਼ੇਸ਼ਤਾਵਾਂ ਨੂੰ ਪ੍ਰਦਰਸ਼ਿਤ ਕਰਦੇ ਹਨ। ਇਸ ਲਈ ਮੈਨੂੰ ਉਮੀਦ ਹੈ ਕਿ ਇਸ ਲੈਕਚਰ ਨੇ ਤੁਹਾਨੂੰ ਇਸ ਸੰਕਲਪ ਦੀ ਬਿਹਤਰ ਸਮਝ ਪ੍ਰਾਪਤ ਕਰਨ ਵਿੱਚ ਮਦਦ ਕੀਤੀ ਹੈ।